ਸੋ ਦੋਸਤੋ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਾਡੀ ਇਸ ਪੰਜਾਬੀ ਚੈਨਲ ਹਿੰਦ ਪੰਜਾਬ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਮਾफ़ੀ ਮੰਗਦਾ ਕਿ ਅੱਜ ਮੇਰੀ ਤਬੀਅਤ ਕੁਛ ਇਸ ਕਰਕੇ ਠੀਕ ਨਹੀਂ ਕਿ ਕੁਛ ਨਜ਼ਲਾ ਜ਼ੁਕਾਮ ਕਿਸਮ ਦੀ ਮੌਸਮ ਚੇਂਜ ਹੋਣ ਨਾਲ ਉਹ ਹੈ, ਔਰ ਕੁਛ ਸਵੇਰ ਤੋਂ ਕੁਝ ਫੰਕਸ਼ਨ ਇੰਨੇ ਸੀ, ਭੱਜ ਨੱਠ ਔਰ ਬੋਲਣਾ ਮਾਈਕ 'ਤੇ, ਉਸ ਤੋਂ ਬਾਅਦ ਡਿਸਕਸ਼ਨ ਸੈਮੀਨਾਰ, ਅੱਜ ਸਾਰਾ ਦਿਨ ਹੀ ਜਿਹਨੂੰ ਕਹਿੰਦੇ ਆ ਕਿ ਉਹ ਬੋਲਣ 'ਚ ਲੱਗਿਆ। ਉਹਦੇ ਨਾਲ ਕਾਫੀ ਗਲੇ 'ਤੇ ਅਸਰ ਹੋਇਆ ਉਸ ਗੱਲ ਦਾ। ਅੱਜ ਸ਼ਾਇਦ ਮੈਂ ਉਹਨਾਂ ਖੁੱਲ੍ਹ ਕੇ ਗੱਲਾਂ ਨਾ ਕਰ ਸਕਾਂ ਆਵਾਜ਼ ਪੱਖੋਂ, ਲੇਕਿਨ ਸੋਚ ਉਹ ਜੀ ਰਹੇਗੀ। ਮੈਂ ਉਸ ਗਲਾ ਖਰਾਬ ਹੋਣ ਦੀ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਕੱਲ੍ਹ ਵਾਲੇ ਦਿਨ, ਆਉਣ ਵਾਲੇ ਦਿਨ ਇਹ ਠੀਕ ਹੋ ਜਾਏਗਾ ਥੋੜ੍ਹਾ ਆਰਾਮ ਕਰਨ ਨਾਲ। ਅੱਜ ਦਾ ਦਿਨ ਥੋੜ੍ਹਾ ਜਿਹਾ ਮੈਨੂੰ ਇਸ ਕਰਕੇ ਇੰਪੋਰਟੈਂਟ ਲੱਗਿਆ ਕਿ ਇੱਕ ਬੜੇ ਅਹਿਮ ਮੁੱਦੇ 'ਤੇ ਅੱਜ ਇੱਕ ਫੰਕਸ਼ਨ ਸੀ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ। 27 ਸੈਕਟਰ 'ਚ ਪ੍ਰੈਸ ਕਲੱਬ ਹੈ। ਉੱਥੇ ਇੱਕ ਉਸ ਕੁੜੀ ਦੀ ਯਾਦ ਵਿੱਚ ਇਹ ਫੰਕਸ਼ਨ ਅੱਜ ਕੀਤਾ ਗਿਆ ਜਿਹੜੀ ਬੜੀ ਯੰਗ ਉਮਰ ਵਿੱਚ ਇੱਕ ਟ੍ਰੈਜਿਕ ਐਕਸੀਡੈਂਟ ਵਿੱਚ ਜਿਸਦੀ ਜਾਨ ਚਲੀ ਗਈ, ਔਰ ਉਸਨੇ ਆਪਣੇ ਉਹ ਛੋਟੇ ਜਿਹੇ ਜਰਨਲਿਸਟ ਕੈਰੀਅਰ 'ਚ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ। ਬੜੀ ਹਸਮੁਖ ਬਡਿੰਗ ਜਰਨਲਿਸਟ ਸੀ। 24 ਸਾਲ ਦੀ ਉਮਰ 'ਚ ਉਸ ਲੜਕੀ ਦੀ ਡੈਥ ਹੋ ਜਾਂਦੀ ਹੈ। ਬੱਸ ਉਹਦੇ ਸਕੂਟਰ 'ਤੇ ਉਹ ਜਾ ਰਹੀ ਹੁੰਦੀ ਹੈ ਰੋਡ 'ਤੇ, ਪਿੱਛੋਂ ਇੱਕ ਬੱਸ ਆਉਂਦੀ ਹੈ, ਉਹਨੂੰ ਟੱਕਰ ਮਾਰ ਕੇ ਉਹਨੂੰ ਗਿਰਾ ਦਿੰਦੀ ਹੈ, ਔਰ ਸੱਟ ਵਿੱਚ ਉਸ ਲੜਕੀ ਦੀ ਡੈਥ ਹੋ ਜਾਂਦੀ ਹੈ। ਗੋਲਡ ਮੈਡਲਿਸਟ ਸੀ ਮਾਸ ਕਮਿਊਨੀਕੇਸ਼ਨ ਵਿੱਚ। ਉਸ ਤੋਂ ਬਾਅਦ ਉਹਨੇ ਦੈਨਿਕ ਭਾਸਕਰ ਜੋ ਨਿਊਜ਼ਪੇਪਰ ਨਵਾਂ ਉਹਨਾਂ ਦਿਨਾਂ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਸੀ, ਉਹਦੇ 'ਚ ਉਹਨੇ ਆਪਣੀ ਪੱਤਰਕਾਰਤਾ ਸ਼ੁਰੂ ਕੀਤੀ, ਔਰ ਉਸ ਤੋਂ ਬਾਅਦ ਜ਼ੀ ਨਿਊਜ਼ 'ਤੇ ਰਿਪੋਰਟਰ ਕਮ ਐਂਕਰ ਦਾ ਕੰਮ ਵੀ ਉਸ ਲੜਕੀ ਨੇ ਕੀਤਾ, ਔਰ ਉਹਦਾ ਨਾਂ ਸੀ ਸਿੰਮੀ ਮਰਵਾਹਾ। ਇਹਨੂੰ ਤੁਸੀਂ ਫਾਰਚੂਨੇਟਲੀ ਕਹੋ ਜਾਂ ਮੌਕਾ ਮੇਲ ਕਹੋ, ਉਸ ਹੋਣਹਾਰ ਲੜਕੀ ਦਾ ਛੋਟਾ ਭਰਾ ਬਲਜੀਤ ਮਰਵਾਹਾ ਮੇਰੇ ਛੋਟੇ ਭਰਾਵਾਂ ਵਰਗਾ ਹੈ। ਉਹ ਵੀ ਬਹੁਤ ਹੋਣਹਾਰ ਪੱਤਰਕਾਰ ਹੈ, ਪੰਜਾਬ 'ਚ ਬਹੁਤ ਨਾਮ ਹੈ ਉਸਦਾ। ਉਹਨੇ ਵੀ ਦੈਨਿਕ ਭਾਸਕਰ ਦੂਸਰੇ ਅਖਬਾਰਾਂ 'ਚ ਕੰਮ ਕਰਦੇ ਕਰਦੇ ਬਾਅਦ ਟੈਲੀਵਿਜ਼ਨ 'ਚ ਆਇਆ, ਵਰਲਡ ਨਿਊਜ਼ ਪੰਜਾਬੀ, ਉਸ ਤੋਂ ਬਾਅਦ ਸਪੋਕਸਮੈਨ, ਅਤੇ ਇਹ ਇਸ ਤਰ੍ਹਾਂ ਵੱਡੀਆਂ ਵੱਡੀਆਂ TV ਚੈਨਲਸ 'ਤੇ ਉਹ ਅੱਜ ਵੀ ਕੰਮ ਕਰ ਰਿਹਾ ਹੈ। ਅਤੇ 2003 ਵਿੱਚ ਉਹ ਜੋ ਐਕਸੀਡੈਂਟ ਹੁੰਦਾ ਹੈ, ਉਸਦੀ ਵੱਡੀ ਭੈਣ ਸੀ, ਉਹਦਾ ਐਕਸੀਡੈਂਟ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਨੇ ਔਰ ਸਿੰਮੀ ਮਰਵਾਹਾ ਦੇ ਦੋਸਤਾਂ ਨੇ, ਕੁਲੀਗਜ਼ ਨੇ, ਸ਼ੁਭਚਿੰਤਕਾਂ ਨੇ ਮਿਲ ਕੇ ਉਦੋਂ ਹੀ ਇੱਕ ਸਿੰਮੀ ਮਰਵਾਹਾ ਚੈਰੀਟੇਬਲ ਟਰਸਟ ਬਣਾ ਲਿਆ ਸੀ, ਔਰ ਉਸ ਸਾਲ ਤੋਂ ਲੈ ਕੇ 2004 ਤੋਂ ਲੈ ਕੇ ਉਹ ਲੋਕ ਹਰ ਸਾਲ ਸਿੰਮੀ ਦੀ ਯਾਦ ਵਿੱਚ ਇੱਕ ਸੈਮੀਨਾਰ ਕਰਦੇ ਨੇ, ਜਿਹਦਾ ਵਿਸ਼ਾ ਮਹਿਜ਼ ਸਿਰਫ ਜਰਨਲਿਜ਼ਮ ਹੀ ਹੁੰਦਾ ਹੈ। ਅਤੇ ਅੱਜ ਉਹ ਦਿਨ ਸੀ ਜਿਹੜਾ ਉਹ ਫੰਕਸ਼ਨ ਜਰਨਲਿਜ਼ਮ 'ਤੇ ਇੱਕ ਸੱਚੀ ਸੁੱਚੀ ਬਹਿਸ ਦਾ ਦਿਨ, ਬਦਲਦੇ ਹੋਏ ਮਾਪਦੰਡ, ਜਰਨਲਿਜ਼ਮ ਦੀਆਂ ਮਜਬੂਰੀਆਂ, ਖਾਮੀਆਂ, ਪ੍ਰਾਪਤੀਆਂ, ਇਹ ਸਾਰੀਆਂ ਗੱਲਾਂ ਅੱਜ ਬਹੁਤ ਖੁੱਲ੍ਹ ਕੇ ਡਿਸਕਸ ਹੋਈਆਂ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬਹੁਤ ਦੱਸਣ ਦੀ ਕਿ ਅੱਜ ਦੇ ਇਸ ਫੰਕਸ਼ਨ ਵਿੱਚ ਬੜੇ ਸੀਨੀਅਰ ਜਰਨਲਿਸਟ ਜੋ ਮੇਰੇ ਤੋਂ ਭਾਵੇਂ ਥੋੜ੍ਹੇ ਜਿਹੇ ਛੋਟੇ ਨੇ, ਲੇਕਿਨ ਤਜਰਬਾ ਸ਼ਾਇਦ ਉਹਨਾਂ ਦਾ ਮੇਰੇ ਨਾਲੋਂ ਜ਼ਿਆਦਾ ਹੈ ਜਰਨਲਿਜ਼ਮ, ਉਹ ਨੇ ਮਿਸਟਰ ਵਿਨੋਦ ਕੋਹਲੀ। ਸਾਰੀ ਉਮਰ ਉਹਨਾਂ ਨੇ ਡਿਫਰੈਂਟ ਅਖਬਾਰਾਂ 'ਚ ਕੰਮ ਕਰਦੇ ਹੋਏ ਨਾਲ ਨਾਲ PTI 'ਚ ਬਹੁਤ ਸਾਲ ਕੰਮ ਕੀਤਾ, ਔਰ ਪੱਤਰਕਾਰਾਂ ਦੀ ਜਿਹੜੀ ਟ੍ਰੇਡ ਯੂਨੀਅਨ ਮੂਵਮੈਂਟ ਹੈ ਉਹਦੇ ਸ਼ੁਰੂ ਤੋਂ ਹੀ ਬੜੇ ਸਰਗਰਮ ਰਹੇ ਨੇ। ਆਲ ਇੰਡੀਆ ਜਿਹੜੀ ਇੰਡੀਅਨ ਯੂਨੀਅਨ ਆਫ ਜਰਨਲਿਸਟ ਹੈ ਉਹਦੇ ਪ੍ਰਧਾਨ ਸ਼ਾਇਦ ਅੱਜ ਵੀ ਨੇ, ਬੜੇ ਸਾਲ ਰਹੇ। ਔਰ ਸਾਡੇ ਜਿਹੜੇ ਮੁੰਬਈ ਦੇ ਪ੍ਰੈਸ ਕਲੱਬ ਦੇ ਪ੍ਰਧਾਨ ਔਰ ਸੀਨੀਅਰ ਜਰਨਲਿਸਟ ਚੇਅਰਮੈਨ ਸਾਡੇ ਗੁਰਬੀਰ ਸਿੰਘ, ਉਹ ਪੰਜਾਬੀ ਨੇ, ਉਹ ਵੀ ਬੜੇ ਸਾਲਾਂ ਤੋਂ ਉਹਨਾਂ ਨੇ ਟ੍ਰੇਡ ਯੂਨੀਅਨ 'ਚ ਕੰਮ ਕੀਤਾ,
ਪੱਤਰਕਾਰਾਂ ਨਾਲ ਜੁੜੇ ਇਹ ਮਸਲੇ ਸਾਰੀ ਉਮਰ ਉਠਾਉਂਦੇ ਰਹੇ ਔਰ ਬੜੀਆਂ ਜਦੋਜਹਿਦ ਲੜੀਆਂ। ਬੰਬੇ ਯੂਨੀਅਨ ਆਫ ਜਰਨਲਿਸਟ ਦੇ ਵਿੱਚ ਐਕਟਿਵ ਰਹੇ। ਉਸ ਤੋਂ ਬਾਅਦ ਪ੍ਰੈਸ ਕਲੱਬ ਨੂੰ ਬੜਾ ਸੋਹਣਾ ਪ੍ਰੈਸ ਕਲੱਬ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਦੇ ਦੌਰਾਨ ਬਣਾਇਆ ਔਰ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਹੀ ਮੁੰਬਈ ਵਿੱਚ ਜਿਹੜੇ ਪੱਤਰਕਾਰਾਂ ਨੂੰ ਘਰ ਮਿਲੇ ਆ ਉਹ ਪ੍ਰੈਸ ਕਲੱਬ ਦੇ ਕੋਟੇ ਤੋਂ ਮਿਲੇ ਆ। ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਇੱਕ ਤਕਰੀਬਨ 350 ਦੇ ਕਰੀਬ ਸਰਕਾਰੀ ਮਕਾਨ ਜਿਹੜੇ ਮਹਾਰਾਸ਼ਟਰ ਦਾ ਹਾਊਸਿੰਗ ਬੋਰਡ ਬਣਾਉਂਦਾ ਹੈ, ਜਿਸ ਤਰ੍ਹਾਂ ਆਪਣੇ ਪੰਜਾਬ 'ਚ ਪੁੱਡਾ ਹੈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਇਸੇ ਕਿਸਮ ਦੀ ਮਹਾਰਾਸ਼ਟਰ 'ਚ ਮਹਾਰਾਸ਼ਟਰ ਹਾਊਸਿੰਗ ਡਿਵੈਲਪਮੈਂਟ ਅਥਾਰਟੀ ਹੈ, ਉਹਦਾ ਨਾਮ ਮਹਾੜਾ ਹੈ। ਤੋ ਮਹਾੜਾ ਨੇ ਉਹ ਘਰ ਜਿਹੜੇ ਮਹਾੜਾ ਦਾ ਰੇਟ ਥੋੜ੍ਹਾ ਜਿਹਾ ਪ੍ਰਾਈਵੇਟ ਰੇਟ ਤੋਂ ਘੱਟ ਹੁੰਦਾ ਹੈ, ਲੇਕਿਨ ਗੁਰਬੀਰ ਸਿੰਘ ਔਰ ਉਹਦੇ ਸਾਥੀਆਂ ਦੀ ਮਿਲੀ ਜੁਲੀ ਮਿਹਨਤ ਸਦਕਾ ਉਹ 300-350 ਦੇ ਕਰੀਬ ਪੱਤਰਕਾਰਾਂ ਨੂੰ ਸਰਕਾਰੀ ਘਰ ਮਿਲੇ ਸਸਤੇ, ਜਿਨ੍ਹਾਂ 'ਚ ਮੈਨੂੰ ਵੀ ਇੱਕ ਘਰ ਮਿਲਿਆ, ਮੈਂ ਵੀ ਉਹਦਾ ਬੈਨੀਫਿਸ਼ੀਅਰੀ ਹਾਂ। ਉਹ ਸਾਰਾ ਸਿਹਰਾ ਜਿਹੜਾ ਹੈ ਬਹੁਤ ਵੱਡਾ ਉਹ ਗੁਰਬੀਰ ਸਿੰਘ ਦੇ ਸਿਰ ਜਾਂਦਾ ਹੈ। ਔਰ ਗੁਰਬੀਰ ਸਿੰਘ ਔਰ ਵਿਨੋਦ ਕੋਹਲੀ ਸਾਹਿਬ ਇਹ ਹਿੰਦੁਸਤਾਨ ਲੈਵਲ 'ਤੇ ਜਦੋਂ ਪੱਤਰਕਾਰਾਂ ਦੀਆਂ ਲੀਡਰਸ ਦੀਆਂ ਮੀਟਿੰਗ ਹੁੰਦੀਆਂ ਨੇ, ਆਉਣ ਵਾਲੀ ਵੇਜ ਬੋਰਡ ਦੀ ਡਿਸਕਸ਼ਨ ਹੁੰਦੀ ਹੈ ਜਾਂ ਲੇਬਰ ਲਾਅ ਜਿਹੜੇ ਪੱਤਰਕਾਰਾਂ ਨਾਲ ਤਾਲੁਕ ਰੱਖਦੇ ਹੈ ਉਹਨਾਂ ਦੀਆਂ ਗੱਲਾਂ ਚੱਲਦੀਆਂ, ਤਾਂ ਕੋਹਲੀ ਸਾਹਿਬ ਔਰ ਗੁਰਬੀਰ ਦਾ ਆਪਸ ਅਕਸਰ ਮਿਲਣਾ ਜੁਲਣਾ ਬਣਿਆ ਰਹਿੰਦਾ ਹੈ। ਅਤੇ ਅੱਜ ਕਾਫੀ ਸਾਲਾਂ ਬਾਅਦ ਕੋਹਲੀ ਸਾਹਿਬ ਨੇ ਜਦੋਂ ਗੁਰਬੀਰ ਦਾ ਜ਼ਿਕਰ ਕੀਤਾ ਤਾਂ ਮੈਂ ਉਹਨਾਂ ਦੀ ਗੱਲ ਵੀ ਗੁਰਬੀਰ ਨਾਲ ਕਰਵਾ ਦਿੱਤੀ, ਬੜੇ ਖੁਸ਼ ਹੋਏ। ਤੋ ਸਵੇਰ ਦੇ 11 ਵਜੇ ਅੱਜ ਸਿਮੀ ਮਰਵਾਹਾ ਮੈਮੋਰੀਅਲ ਫੰਕਸ਼ਨ ਜਿਹੜਾ ਸੀ ਉਹ ਸ਼ੁਰੂ ਹੋਇਆ ਪ੍ਰੈਸ ਕਲੱਬ ਦੇ ਚੰਡੀਗੜ੍ਹ ਦੇ 27 ਸੈਕਟਰ ਦੇ ਹਾਲ ਵਿੱਚ। ਔਰ ਕਾਫੀ ਵੱਡੇ ਜਰਨਲਿਸਟ ਜਿਹੜੇ ਸੀ ਉਹ ਉਸ ਫੰਕਸ਼ਨ 'ਚ ਸ਼ਾਮਿਲ ਹੋਏ। ਉਹ ਲੋਕ ਸ਼ਾਮਿਲ ਹੋਏ ਜਿਨ੍ਹਾਂ ਨੇ ਸਿਮੀ ਨੂੰ ਕੰਮ ਕਰਦਿਆਂ ਦੇਖਿਆ ਸੀ। ਇੱਕ ਗੱਲ ਮੈਂ ਤੁਹਾਨੂੰ ਇੱਥੇ ਦੱਸਦੇ ਹਾਂ ਕਿ ਜਦੋਂ ਅਸੀਂ ਪੱਤਰਕਾਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਇਹ ਗੱਲ ਬਹੁਤ ਜੁੜ ਕੇ ਸਾਹਮਣੇ ਆਉਂਦੀ ਹੈ ਕਿ ਕੋਈ ਇਹੋ ਜਿਹੀ ਸਟੋਰੀ ਦੱਸੋ, ਇਹੋ ਜਿਹੀ ਅਚੀਵਮੈਂਟ ਦੱਸੋ ਜਿਹੜੀ ਉਸ ਪੱਤਰਕਾਰ ਨੇ ਸਾਹਮਣੇ ਲਿਆਂਦੀ ਹੋਵੇ ਔਰ ਜਿਸ ਦੀ ਵਜ੍ਹਾ ਕਰਕੇ ਉਹਦਾ ਨਾਮ ਬਣਿਆ ਹੋਵੇ। ਤਾਂ ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ ਉਹ ਛੋਟੀ ਜਿਹੀ ਉਮਰ 'ਚ ਉਸ ਲੜਕੀ ਨੇ ਬਹੁਤ ਵੱਡਾ ਸਕੈਂਡਲ ਦਾ ਪਰਦਾਫਾਸ਼ ਕੀਤਾ ਸੀ। ਸਕੈਂਡਲ ਇਹ ਸੀ ਕਿ ਜਿਹੜੇ ਸਾਡੇ ਪੰਜਾਬ ਸਕੂਲਾਂ ਦੇ ਬੋਰਡ ਐਗਜ਼ਾਮੀਨੇਸ਼ਨ ਹੁੰਦੇ ਆ, ਐਗਜ਼ਾਮੀਨੇਸ਼ਨ 'ਚ ਲੱਖਾਂ ਬੱਚੇ ਅਪੀਲ ਕਰਦੇ ਆ, ਉਹਦੇ ਜਿਹੜੇ ਬੋਰਡ ਦੇ ਐਗਜ਼ਾਮੀਨੇਸ਼ਨ ਦੇ ਜਿਹੜੀਆਂ ਆਨਸਰ ਸ਼ੀਟਸ ਹੁੰਦੀਆਂ ਉਹ ਇੱਕ ਜਿਹੜਾ ਟੀਚਰ ਸੀ ਜਾਂ ਪ੍ਰੋਫੈਸਰ ਸੀ ਉਹ 5ਵੀਂ ਔਰ 6ਵੀਂ ਜਮਾਤ ਦੇ ਬੱਚਿਆਂ ਤੋਂ ਉਹ ਪੇਪਰ ਚੈੱਕ ਕਰਵਾ ਰਿਹਾ ਸੀ। 10ਵੀਂ ਦੇ ਬੋਰਡ ਦੇ, 8ਵੀਂ ਦੇ, 10ਵੀਂ ਦੇ, 12ਵੀਂ ਦੇ ਬੋਰਡ ਦੇ ਪੇਪਰ 5ਵੀਂ 6ਵੀਂ ਜਮਾਤ ਦੇ ਬੱਚਿਆਂ ਤੋਂ ਚੈੱਕ ਕਰਵਾ ਰਿਹਾ ਸੀ। ਔਰ ਬੱਚੇ ਉਹਨਾਂ ਨੂੰ ਪਤਾ ਨਹੀਂ ਕੀ ਲਿਖਿਆ ਕਿ ਨਹੀਂ ਲਿਖਿਆ, ਉਹਨਾਂ ਨੂੰ ਸਿਖਾਇਆ ਹੋਇਆ ਸੀ ਕਿ ਤੁਸੀਂ ਲਾਲ ਪੈਨ ਨਾਲ ਇਸ ਤਰ੍ਹਾਂ ਘੁੱਗੀ ਮਾਰਨੀ ਹੈ ਅਤੇ ਉਹਦੇ 'ਚ ਇਹ ਤੁਸੀਂ ਕਿਤੇ 8 ਕਿਤੇ 7 ਕਿਤੇ 5 ਨੰਬਰ ਆਊਟ ਆਫ 10 ਜਾਂ ਜੋ ਵੀ ਹਿਸਾਬ ਸੀ ਉਹ ਤੁਸੀਂ ਲਿਖਦੇ ਰਹਿਣਾ। ਮੈਂ ਦੇਖੋ ਕਿੰਨਾ ਵੱਡਾ ਐਜੂਕੇਸ਼ਨ ਸਿਸਟਮ ਨਾਲ ਫਰਾਡ ਹੈ ਕਿ ਬੱਚਿਆਂ ਤੋਂ ਉਹ ਟੀਚਰ ਜਿਹੜਾ ਉਹ ਬੋਰਡ ਦੇ ਐਗਜ਼ਾਮੀਨੇਸ਼ਨ ਦੇ ਆਨਸਰ ਸ਼ੀਟਸ ਚੈੱਕ ਕਰਵਾ ਰਿਹਾ, ਜਿਹਨਾਂ ਤੋਂ ਹਜ਼ਾਰਾਂ ਲੱਖਾਂ ਸਟੂਡੈਂਟਸ ਦਾ ਫਿਊਚਰ ਉਹਦੇ 'ਤੇ ਟਿਕਿਆ ਹੋਇਆ ਸੀ। ਉਸ ਗੱਲ ਦੀ ਖਬਰ ਸਿਮੀ ਮਰਵਾਹਾ ਨੂੰ ਲੱਗੀ। ਉਹਨੇ ਬੜੇ ਤਰੀਕੇ ਨਾਲ ਉਹ ਸਾਰਾ ਜਿਹੜਾ ਸਕੈਂਡਲ ਸੀ ਉਹਦਾ ਪਰਦਾਫਾਸ਼ ਕੀਤਾ ਔਰ ਉਹ ਜਿਹੜੇ ਪ੍ਰੋਫੈਸਰ ਸਾਹਿਬ ਸੀ ਸੋ-ਕਾਲ ਉਹ ਫੜੇ ਗਏ ਔਰ ਉਹ ਪੇਪਰ ਜਿਹੜੇ ਸੀ ਸਾਰੇ ਉਹ ਦੁਬਾਰਾ ਰੀਚੈੱਕ ਕੀਤੇ ਗਏ। ਉਹ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਉਸ ਯੰਗ ਲੜਕੀ ਦੀ, ਜਿਹਨੇ ਹਾਰਡਲੀ 3-4 ਸਾਲ ਅਜੇ ਉਹਨੂੰ ਪੱਤਰਕਾਰਤਾ 'ਚ ਆਏ ਹੋਏ ਸੀ। ਤਾਂ ਇਹੋ ਜਿਹੀ ਹੋਰ ਕਈ ਸਟੋਰੀਜ਼ ਅੱਜ ਉੱਥੇ ਉਹਦੇ ਜਾਣਨ ਵਾਲੇ ਲੋਕਾਂ ਨੇ ਸੁਣਾਈਆਂ ਕਿ ਕਿਸ ਤਰੀਕੇ ਨਾਲ ਉਹਦਾ ਕੰਮ ਕਰਨ ਦਾ ਤਰੀਕਾ ਸੀ। ਉਹਨੂੰ ਪੈਸੇ ਵੀ ਆਫਰ ਕੀਤੇ ਗਏ ਜਦੋਂ ਇਸ ਸਕੈਂਡਲ ਦੀ ਗੱਲਬਾਤ ਹੋ ਰਹੀ ਸੀ। ਉਹਨੂੰ ਕੁਝ ਜਿਹੜੇ ਇਨਵੋਲਵ ਲੋਕ ਸੀ ਉਹਨਾਂ ਨੇ ਉਸ ਜ਼ਮਾਨੇ 'ਚ ਕਾਫੀ ਵੱਡੀ ਰਕਮ ਉਹਨੂੰ ਆਫਰ ਕੀਤੀ ਕਿ ਤੂੰ ਇੰਨੇ ਪੈਸੇ ਸਾਡੇ ਕੋਲੋਂ ਲੈ ਲਾ, ਲੇਕਿਨ ਇਹ ਖਬਰ ਜਿਹੜੀ ਹੈ ਉਹ ਅਖਬਾਰ 'ਚ ਨਾ ਛਾਪੀ ਤੇ ਨਾ
ਟੈਲੀਵਿਜ਼ਨ ਤੇ ਦਿਖਾਈ, ਲੇਕਿਨ ਉਹ ਕੁੜੀ ਨੇ ਪੈਸੇ ਦਾ ਲਾਲਚ ਨਹੀਂ ਕੀਤਾ। ਉਹਨੇ ਉਸ ਇੰਨੇ ਵੱਡੇ ਸਕੈਂਡਲ ਦਾ ਪਰਦਾਫਾਸ਼ ਕੀਤਾ ਔਰ ਦੋਸ਼ੀਆਂ ਨੂੰ ਸਜ਼ਾ ਦਵਾਈ। ਸੋ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ, ਇੱਕ ਲੈਸਨ ਹੈ ਜਿਹੜਾ ਸਾਡੇ ਅੱਜ ਦੇ ਜਨਰੇਸ਼ਨ ਦੇ ਜਰਨਲਿਸਟਾਂ ਨੂੰ ਸਿੱਖਣਾ ਪਏਗਾ। ਇਹ ਜਿਹੜੀ ਜਰਨਲਿਜ਼ਮ 'ਚ ਇਮਾਨਦਾਰੀ ਹੈ ਉਹ ਬਹੁਤ ਦੂਰ ਤੱਕ ਚੱਲਦੀ ਹੈ ਔਰ ਬੜੀ ਦੂਰ ਤੱਕ ਕੰਮ ਆਉਂਦੀ ਹੈ, ਕਿਉਂਕਿ ਇੱਕ ਜਰਨਲਿਸਟ ਜਿਹੜਾ ਹੈ ਉਹ ਆਮ ਲੋਕਾਂ ਵਾਂਗੂ ਇੱਕ ਇੰਡੀਵਿਜੂਅਲ ਤਾਂ ਜ਼ਰੂਰ ਹੈ, ਲੇਕਿਨ ਆਮ ਲੋਕਾਂ ਤੋਂ ਵੱਖਰਾ ਵੀ ਹੈ। ਕਿਉਂਕਿ ਇੱਕ ਅਖਬਾਰ ਜਿਸ ਨੂੰ 35, 40, 50,000 ਜਾਂ ਵੱਡਾ ਅਖਬਾਰ ਹੈ ਤਾਂ 1 ਲੱਖ 2 ਲੱਖ ਬੰਦੇ ਵੀ ਪੜ੍ਹਦੇ ਆ ਪੰਜਾਬ ਵਰਗੇ ਛੋਟੇ ਸੂਬੇ ਵਿੱਚ। ਬੰਬਈ ਵਿੱਚ ਤਾਂ ਇਹੋ ਜਿਹੇ ਅਖਬਾਰਾਂ ਦੀ ਜਿਹੜੀ ਸਰਕੂਲੇਸ਼ਨ ਹੈ ਉਹ 10-10, 12-12 ਲੱਖ ਵੀ ਹੈ। 5-6 ਲੱਖ ਸਰਕੂਲੇਸ਼ਨ ਤਾਂ ਕਈ ਨਿਊਜ਼ਪੇਪਰ ਦੀ ਹੈ। ਲੇਕਿਨ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ ਇੱਥੇ ਵੀ ਕੁਝ ਅਖਬਾਰ ਜਿਹੜੇ ਨੇ ਉਹ ਲੱਖਾਂ ਦੀ ਗਿਣਤੀ 'ਚ ਛਪਦੇ ਨੇ। ਛੋਟੇ ਅਖਬਾਰ ਵੀ 30-35, 40 ਹਜ਼ਾਰ ਤੱਕ ਤਕਰੀਬਨ ਹਰ ਅਖਬਾਰ ਛਪਦਾ ਹੈ। ਉਸ ਜ਼ਮਾਨੇ 'ਚ ਵੀ ਛਪਦਾ ਸੀ। ਤੋ 30-40 ਹਜ਼ਾਰ ਲੋਕਾਂ ਤੱਕ ਜਦੋਂ ਤੁਹਾਡੀ ਗੱਲ ਰੋਜ਼ ਪਹੁੰਚਦੀ ਹੈ ਤਾਂ ਉਹ 'ਚ ਤੁਹਾਡੀ ਇੱਕ ਜ਼ਿੰਮੇਵਾਰੀ, ਤੁਹਾਡੀ ਇਮਾਨਦਾਰੀ, ਤੁਹਾਡੀ ਸੁਹਿਰਦਤਾ, ਤੁਹਾਡੀ ਕਮਿਟਮੈਂਟ, ਇਹ ਸਾਰੀਆਂ ਚੀਜ਼ਾਂ ਤੁਹਾਡੀ ਉਸ ਰਿਪੋਰਟ 'ਚੋਂ ਨਿਕਲ ਕੇ ਸਾਹਮਣੇ ਆਉਂਦੀ ਹੈ, ਜਿਨ੍ਹਾਂ ਨੂੰ ਤੁਹਾਨੂੰ ਪੜ੍ਹਨ ਵਾਲੇ ਲੋਕ ਪੜ੍ਹ ਕੇ ਉਹਨੂੰ ਹਜ਼ਮ ਕਰਦੇ ਨੇ ਔਰ ਅੱਗੇ ਉਹ ਤੋਂ ਸਿੱਖਣ ਦਾ ਮੌਜੂ ਬਣਦਾ ਹੈ। ਤੋ ਇਸ ਕਰਕੇ ਅੱਜ ਦਾ ਜਿਹੜਾ ਸੈਮੀਨਾਰ ਸੀ ਉਹਦੇ 'ਚ ਵਿਨੋਦ ਕੋਹਲੀ ਜੀ ਨੇ, ਔਰ ਮੈਂ ਇਹ ਵੀ ਦੱਸਦਾ ਕਿ ਅੱਜ ਦੇ ਦਿਨ ਵਿੱਚ ਉਹ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਮੈਂਬਰ ਵੀ ਨੇ। ਇਹ ਬਹੁਤ ਵੱਡਾ ਅਹੁਦਾ ਹੁੰਦਾ ਪੂਰੇ ਹਿੰਦੁਸਤਾਨ ਵਿੱਚ, ਜੋ ਅਖਬਾਰਾਂ ਦੀ ਤੇ ਇੱਕ ਉਹਨਾਂ ਦੀ ਜਿਹੜੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ ਪ੍ਰੈਸ ਕਾਉਂਸਲ ਆਫ ਇੰਡੀਆ, ਜਿਹਦਾ ਚੇਅਰਮੈਨ ਅਕਸਰ ਬਹੁਤ ਵੱਡਾ ਕੋਈ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਜੱਜ ਜਾਂ ਕੋਈ ਬਹੁਤ ਵੱਡੀ ਸ਼ਖਸੀਅਤ ਹੁੰਦੀ ਹੈ ਜਿਹਨੂੰ ਕੋਈ ਚੈਲੰਜ ਨਾ ਕਰ ਸਕੇ। ਉਸ ਸੰਸਥਾ ਦੇ ਜਿਹੜੇ ਗਿਣੇ ਚੁਣੇ ਕੁਝ ਅਹੁਦੇਦਾਰ ਹੁੰਦੇ ਨੇ ਉਹਨਾਂ ਨੂੰ ਮੈਂਬਰਸ ਕਿਹਾ ਜਾਂਦਾ ਔਰ ਪੂਰੇ ਹਿੰਦੁਸਤਾਨ 'ਚੋਂ ਰਿਪਰੈਜ਼ੈਂਟ ਕਰਦੇ ਨੇ ਆ ਕੇ ਪ੍ਰੈਸ ਕਾਉਂਸਲ ਆਫ ਇੰਡੀਆ ਵਿੱਚ। ਅਤੇ ਵਿਨੋਦ ਕੋਹਲੀ ਜੀ ਜਿਨ੍ਹਾਂ ਨੇ ਇੰਨੇ ਸਾਲ PTI ਵਿੱਚ ਕੰਮ ਕੀਤਾ, ਆਪਣੇ ਫੀਲਡ ਵਿੱਚ ਨਾਮ ਕਮਾਇਆ ਆਪਣੀ ਇਮਾਨਦਾਰੀ ਨਾਲ, ਮਿਹਨਤ ਨਾਲ, ਉਹ ਅੱਜ ਦੇ ਦਿਨ ਵਿੱਚ ਉਸ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਮੈਂਬਰ ਦੇ ਤੌਰ 'ਤੇ ਵੀ ਕੰਮ ਕਰ ਰਹੇ ਨੇ। ਉਹਨਾਂ ਨੇ ਅੱਜ ਦੇ ਫੰਕਸ਼ਨ 'ਚ ਆਪਣੇ ਜੋ ਐਕਸਪੀਰੀਅੰਸ ਜਰਨਲਿਜ਼ਮ ਦੇ ਰਹੇ ਉਹਦੇ 'ਤੇ ਬਹੁਤ ਬਾਰੀਕੀ ਨਾਲ ਚਾਨਣਾ ਪਾਇਆ। ਇਸੇ ਤਰ੍ਹਾਂ ਬਲਜੀਤ ਮਰਵਾਹਾ ਖੁਦ ਸਿੰਮੀ ਦਾ ਛੋਟਾ ਭਰਾ, ਉਹਨੇ ਵੀ ਆਪਣੇ ਐਕਸਪੀਰੀਅੰਸ ਜਿਹੜੇ ਸੀ ਉਹ ਸਾਂਝੇ ਕੀਤੇ ਔਰ ਉਸ ਫੰਕਸ਼ਨ ਦੀ ਤੁਸੀਂ ਸਮਝੋ ਕਿ ਇੱਕ ਪੂਰੀ ਤਰ੍ਹਾਂ ਇੱਕ ਸੀਨੀਅਰ ਜਰਨਲਿਸਟ ਹੋਣ ਦੇ ਨਾਤੇ ਮੇਰਾ ਵੀ ਉਹਨਾਂ ਨੇ ਥੋੜ੍ਹਾ ਬਹੁਤ ਆਦਰ ਮਾਣ ਕੀਤਾ। ਮੈਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਮੈਂ ਵੀ ਜਿਹੜੀ ਪੱਤਰਕਾਰਤਾ ਨਾਲ ਜੁੜੇ ਹੋਏ ਇਸ਼ੂਜ਼ ਜਿਹੜੇ ਕੰਸਰਨ ਨੇ ਉਹਨਾਂ ਦੀ ਗੱਲ ਕੀਤੀ। ਤੋ ਇਸ ਵੀਡੀਓ ਨਾਲ ਤੁਹਾਨੂੰ ਥੋੜ੍ਹੀਆਂ ਜਿਹੀਆਂ ਤਸਵੀਰਾਂ ਦਿਖਾਈਆਂ ਜਾਣਗੀਆਂ। ਸਿੰਮੀ ਮਰਵਾਹਾ ਦੇ ਬਾਰੇ, ਉਹਦੀ ਉਸ ਟ੍ਰੈਜਿਕ ਡੈਥ ਨਾਲ ਕੰਸਰਨ ਛੋਟੀਆਂ ਕਲਿੱਪਸ ਦਿਖਾਈਆਂ ਜਾਣਗੀਆਂ। ਔਰ ਅੱਜ ਦੇ ਇਸ ਫੰਕਸ਼ਨ 'ਚ ਜਿਹੜਾ ਕੁਝ ਲੋਕ ਆਏ ਉਹਨਾਂ 'ਚ ਪੱਤਰਕਾਰਾਂ ਤੋਂ ਇਲਾਵਾ ਕੁਝ ਇਹੋ ਜਿਹੇ ਲੋਕ ਵੀ ਆਏ ਜਿਹੜੇ ਸਮਾਜ ਨਾਲ, ਪੱਤਰਕਾਰਤਾ ਨਾਲ ਵਾਸਤਾ ਰੱਖਦੇ ਸੀ। ਮੈਂ ਇੱਕ ਪੰਜਾਬ ਦੇ ਇੱਕ ਪੋਲੀਟੀਕਲ ਲੀਡਰ ਨੇ, ਉਹ ਨਿਸ਼ਾਂਤ ਸ਼ਰਮਾ, ਉਹਨਾਂ ਨੂੰ ਅੱਜ ਬੜਾ ਅਖਬਾਰਾਂ 'ਚ ਨਾਂ ਸੁਣੀਦਾ ਸੀ, TV 'ਤੇ ਦੇਖੀਦਾ ਸੀ। ਉਹ ਯੰਗ ਮੈਨ ਵੀ ਅੱਜ ਇਸ ਫੰਕਸ਼ਨ 'ਤੇ ਆਇਆ ਕਿਉਂਕਿ ਉਹ ਬਲਜੀਤ ਮਰਵਾਹਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪੱਤਰਕਾਰਾਂ ਨਾਲ ਇੱਕ ਪੋਲੀਟੀਸ਼ੀਅਨ ਹੋਣ ਦੇ ਨਾਤੇ ਇੱਕ ਰਿਸ਼ਤਾ ਹੁੰਦਾ ਹੈ ਪੱਤਰਕਾਰਾਂ ਦਾ। ਹਾਲਾਂਕਿ ਪੱਤਰਕਾਰਾਂ ਦੀ ਕਿਸੇ ਵੀ ਪਾਰਟੀ ਨਾਲ ਕਿਸੇ ਨਾਲ ਕੋਈ ਕਮਿਟਮੈਂਟ ਨਹੀਂ ਹੁੰਦੀ, ਲੇਕਿਨ ਰਿਸੋਰਸਿਸ ਬਣਾਏ ਰੱਖਣ ਲਈ ਸਾਰਿਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ, ਮਿਲਣਾ ਵਰਤਣਾ ਪੈਂਦਾ। ਅਤੇ ਉਸ ਚੱਕਰ 'ਚ ਅੱਜ ਉਸ ਰਿਸ਼ਤੇ ਦਾ ਪਾਲਣ ਕਰਦੇ ਹੋਏ ਨਿਸ਼ਾਂਤ ਸ਼ਰਮਾ ਵੀ ਆਏ ਔਰ ਕਾਫੀ ਹੋਰ ਬਹੁਤ ਸਾਰੇ ਸੁਹਿਰਦ ਸੱਜਣ, ਕਿਉਂਕਿ ਮੈਂ ਇੰਨੇ ਲੋਕਾਂ ਨੂੰ ਪੰਜਾਬ 'ਚ ਜਾਣਦਾ ਨਹੀਂ, ਬੜੇ ਸਾਲਾਂ ਬਾਅਦ ਆਇਆ ਇੱਥੇ, ਲੇਕਿਨ ਬਹੁਤ ਸਾਰੇ ਲੋਕਾਂ ਦਾ ਇੰਟਰਸਟ ਜੋ ਮੈਂ ਅੱਜ ਦੇਖਿਆ ਸੱਚਾਈ ਦਾ ਸਾਥ ਦੇਣ ਲਈ, ਸੱਚਾਈ ਦੇ ਨਾਲ ਤੁਰਨ ਲਈ, ਉਹ ਆਪਣੇ ਆਪ ਵਿੱਚ ਇੱਕ ਦੇਖਣ ਦਾ ਨਜ਼ਾਰਾ ਹੀ ਅਲੱਗ ਸੀ।
ਔਰ ਮੈਂ ਵਧਾਈ ਦਿੰਦਾ ਵਿਨੋਦ ਕੋਹਲੀ ਜੀ ਨੂੰ, ਜਿਨ੍ਹਾਂ ਨੇ ਅੱਜ ਇਸ ਫੰਕਸ਼ਨ ਦਾ ਸਾਰਾ ਪੂਰੀ ਇਹਦੀ ਗਾਈਡ ਕੀਤਾ। ਔਰ ਬਲਜੀਤ ਮਰਵਾਹਾ ਨੂੰ, ਜੋ ਅੱਜ ਵੀ ਇੰਨੇ ਸਾਲਾਂ ਤੋਂ 2004 ਤੋਂ ਲੈ ਕੇ ਅੱਜ ਤੱਕ ਆਪਣੀ ਉਸ ਜਰਨਲਿਸਟ ਭੈਣ ਦੀ ਯਾਦ ਵਿੱਚ ਇਹ ਸੈਮੀਨਾਰ ਹਰ ਸਾਲ ਕਰਾਉਂਦੇ ਨੇ। ਪਰ ਮੈਂ ਇਹਨੂੰ ਸਲਾਹ ਦਊਂਗਾ ਕਿ ਅਗਲੇ ਸਾਲ ਜਿਹੜਾ ਫੰਕਸ਼ਨ ਹੋਵੇ ਇਹ ਥੋੜ੍ਹਾ ਜਿਹਾ ਵੱਡੇ ਲੈਵਲ 'ਤੇ ਕਰਾਉਣਾ ਚਾਹੀਦਾ। 1-2 ਦਿਨ ਦੇ ਸੈਮੀਨਾਰ ਰੱਖੇ ਜਾਣ, ਪੱਤਰਕਾਰਤਾ ਨਾਲ ਸੰਬੰਧਿਤ ਡਿਫਰੈਂਟ ਇਸ਼ੂਜ਼ ਜਿਹੜੇ ਨੇ ਉਹਨਾਂ 'ਤੇ ਬੜੀ ਡਿਟੇਲਡ ਬਹਿਸ ਹੋਣੀ ਚਾਹੀਦੀ ਹੈ ਔਰ ਜ਼ਿਆਦਾ ਲੋਕਾਂ ਨੂੰ ਇਨਵੋਲਵ ਕਰਨਾ ਚਾਹੀਦਾ, ਤਾਂ ਕਿ ਇਹ ਜਿਹੜਾ ਇੱਕ ਪੱਤਰਕਾਰਤਾ ਦਾ, ਇਮਾਨਦਾਰ ਪੱਤਰਕਾਰਤਾ ਦਾ, ਖੋਜੀ ਪੱਤਰਕਾਰਤਾ ਦਾ ਇੱਕ ਸੁਨੇਹਾ, ਇੱਕ ਮਿਸ਼ਨ, ਇੱਕ ਮੈਸੇਜ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਾਂ ਪਹੁੰਚਾ ਸਕੀਏ। ਸੋ ਇਸੇ ਕਿਸਮ ਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਸੋਸ਼ਲ ਮੀਡੀਆ, ਸਾਡੀ ਕੋਸ਼ਿਸ਼ ਰਹੇਗੀ ਇਸ ਚੈਨਲ 'ਤੇ ਕਿ ਅਸੀਂ ਜੋ ਪੰਜਾਬੀ ਔਰ ਪੰਜਾਬੀਅਤ ਨਾਲ ਤਾਲੁਕ ਰੱਖਣ ਵਾਲੇ ਡਿਫਰੈਂਟ ਵਿਸ਼ੇਜ਼ ਨੇ, ਉਹ ਭਾਵੇਂ ਕਲਚਰ ਹੋਵੇ, ਆਰਟ ਹੋਵੇ, ਜਰਨਲਿਜ਼ਮ ਹੋਵੇ, ਪੋਲੀਟਿਕਸ ਹੋਵੇ, ਆਰਥਿਕਤਾ ਹੋਵੇ, ਸਮਾਜਿਕ ਇੱਛਾਈਆਂ ਬਣਾਈਆਂ ਹੋਣ, ਰਿਸ਼ਤੇ ਜਿਹੜੇ ਹਿਊਮਨ ਰਿਲੇਸ਼ਨਸ਼ਿਪ ਹੈ, ਇਹ ਸਾਰੇ ਇਸ਼ੂਜ਼ 'ਤੇ, ਵਿਸ਼ਿਆਂ 'ਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਰਹੀਏ। ਤੁਸੀਂ ਆਪਣੇ ਵਿਊਜ਼ ਸਾਨੂੰ ਭੇਜਦੇ ਰਹੋ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਉਹਨਾਂ ਵਿਊਜ਼ ਨੂੰ ਅੱਗੇ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਉਣ ਲਈ। ਪਿਛਲੇ ਦਿਨਾਂ ਵਿੱਚ ਬਹੁਤ ਸਾਰੇ ਲੋਕਾਂ ਦੇ ਮੈਸੇਜਸ ਆਏ, ਜਿਹਨਾਂ 'ਚੋਂ ਸੁਸ਼ੀਲ ਪਰਾਸ਼ਰ ਬਹੁਤ ਵੱਡੇ ਐਕਟਰ ਨੇ, ਨਾਮ ਚੀਨ ਪਹਿਚਾਣੇ ਵਾਲੇ, ਉਹਨਾਂ ਦੀਆਂ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਤੁਸੀਂ ਰੋਜ਼ TV 'ਤੇ ਦੇਖਦੇ ਹੋ। ਉਹਨਾਂ ਨੇ ਕੱਲ੍ਹ ਦੇ ਐਪੀਸੋਡ 'ਤੇ ਇੱਕ ਲੰਬਾ ਚੌੜਾ ਨੋਟ ਲਿਖ ਕੇ ਭੇਜਿਆ, ਬਹੁਤ ਚੰਗਾ ਲੱਗਿਆ ਕਿ ਲੋਕ ਅੱਜ ਵੀ ਆਪਣੇ ਪੰਜਾਬ ਨਾਲ ਜੁੜੇ ਹੋਏ, ਭਾਵੇਂ ਮੁੰਬਈ ਰਹਿੰਦੇ ਨੇ ਲੇਕਿਨ ਪੰਜਾਬ ਨਾਲ ਜੁੜੇ ਹੋਏ ਨੇ ਔਰ ਇੱਥੋਂ ਦੇ ਮਸਲਿਆਂ 'ਤੇ ਗੱਲ ਕਰਨੀ ਚਾਹੁੰਦੇ ਨੇ। ਸੋ ਇਹੋ ਜਿਹੇ ਹੋਰ ਇਸ਼ੂ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਫਿਰ ਹਾਜ਼ਰ ਹੁੰਦੇ ਰਹਾਂਗੇ। ਅੱਜ ਦੇ ਦਿਨ ਲਈ ਇੰਨਾ ਹੀ ਕਾਫੀ। ਇੰਤਜ਼ਾਰ ਕਰੋ ਕੱਲ੍ਹ ਤੱਕ ਔਰ ਦੇਖਦੇ ਰਹੋ ਚੈਨਲ ਹਿੰਦ ਪੰਜਾਬ। ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਕਹਿੰਦੇ ਇੱਕ ਤਾਂ ਜਿਹੜੇ ਫੰਕਸ਼ਨ 'ਤੇ ਜਾਣਾ ਹੋਵੇ ਉੱਥੇ ਅੱਧਾ ਘੰਟਾ ਪਹਿਲਾਂ ਜਾਓ ਕਿ ਫੰਕਸ਼ਨ ਨੂੰ ਖਤਮ ਹੋ ਅੱਧਾ ਘੰਟਾ ਬਾਅਦ ਉੱਥੋਂ ਨਿਕਲੋ। ਮੈਂ ਕਿਹਾ ਜੀ ਇਹ ਤਾਂ ਮੈਂ ਸਮਝਿਆ ਨਹੀਂ ਮਤਲਬ। ਉਹ ਕਹਿੰਦੇ ਨਹੀਂ, ਅੱਧਾ ਘੰਟਾ ਪਹਿਲਾਂ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਫੰਕਸ਼ਨ ਆਰਗੇਨਾਈਜ਼ ਕਿਵੇਂ ਹੋ ਰਿਹਾ। ਉੱਥੇ ਸਾਰੀਆਂ ਪਲੇਟਾਂ ਕੌਣ ਲੈ ਕੇ ਆ ਰਿਹਾ, ਮਿਠਾਈ ਦੇ ਡੱਬੇ ਕੌਣ ਲੈ ਕੇ ਆ ਰਿਹਾ, ਕੋਈ ਨਾਸ਼ਤੇ ਕੌਣ